हाँ जी, मेहनत करना साडा काम है, अगे सिला देना अल्लाह का काम है। अस्सलाम वालेकुम। वालेकुम सलाम जी। बुजुर्गों की हाल चाल है? ठीक हो? अल्हम्दुलिल्लाह, शुक्र है अल्लाह पाक दा। भाई तुसीं सुनाओ? अल्हम्दुलिल्लाह। अपना नाम तो दस्सियो। मेरा नाम मंजूर हुसैन। सर एक कारोबार तुसी कितनी देर दा करदे पे हो? तकरीबन हो गए ने 20 साल सानू इस कारोबार च। माशाल्लाह 20 सालां च की कमाया ते की गवाया? ਇਹਦੇ ਚ ਮਾਸ਼ਾਅੱਲਾ ਗਵਾਚਦਾ ਤੇ ਕੁਝ ਵੀ ਨਹੀਂ, ਕੋਈ ਨਾ ਕੁਝ ਅੱਲਾ ਦੇ ਹੀ ਦਿੰਦਾ ਹੈ। ठीक है। अच्छा सर सानू दस्सियो कि जरा तुसी फार्मिंग केड़ी चीज़ दी करदे पे हो? ਅਸੀਂ ਇੱਥੇ ਤੇ ਫਾਰਮਿੰਗ ਕੀਤੀ ਹੈ ਭਾਈ, ਖੀਰੇ ਦੀ जी। ਕੱਦੂ ਦੀ, ਟਿੰਡੇ ਦੀ। 3 सब्जियां उगाइयां ने। जी जी। अच्छा सर किन्नी जमीन ते लाए राजे? तकरीबन 3 एकड़ लाया ਸੀ। 3 एकड़ जी। माशाल्लाह। ਇਹ ਹੁਣ ਜਿਹੜੀ ਸਬਜ਼ੀ ਇਸ ਦਫਾ ਤੁਸੀਂ ਲਗਾਈ ਹੈ ਕਿੰਨੀ ਦੇਰ ਹੋ ਗਿਆ ਜਨ ਲਗਾਏ ਦੇ ਆ? ਇਹਨੂੰ ਤਕਰੀਬਨ 1 ਮਹੀਨਾ ਤੇ 10 ਦਿਨ ਹੋ ਗਏ। 1 ਮਹੀਨਾ ਤੇ 10 ਦਿਨ ਜੀ। ਅੱਛਾ ਸਰ ਬੀਜ ਤੋਂ ਲੈ ਕੇ ਤੇ ਹੁਣ ਤੱਕ ਦਾ ਪ੍ਰੋਸੈਸ ਸਾਨੂੰ ਦੱਸਿਓ ਕਿ ਬੀਜ ਕਿੱਥੋਂ ਖਰੀਦਿਆ ਜਾਂਦਾ ਹੈ ਔਰ ਬੀਜ ਨੂੰ ਖਰੀਦ ਕੇ ਫਿਰ ਕੀ ਕੀਤਾ ਜਾਂਦਾ ਹੈ? ਇਹ ਬੀਜ ਭਾਈ ਅਸਾਂ ਗੁਜਰਾਣੇ ਖਰੀਦਿਆ ਸ਼ੇਖਪੁਰੇ ਮੋੜ ਤੋਂ ਜੀ। ਉੱਥੇ ਮਾਰਕੀਟ ਹੈ ਬੀਜ ਦੀ। ਠੀਕ। ਹਾਂਜੀ ਹਾਂਜੀ। ਤੇ ਉੱਥੋਂ ਲਿਆਂਦਾ ਅਸਾਂ ਬੀਜ ਕੱਦੂ ਦਾ ਵੀ ਤੇ ਖੀਰੇ ਦਾ ਵੀ ਤੇ ਟਿੰਡੇ ਦਾ ਵੀ। ਉਹ ਲਿਆ ਕੇ ਇੱਥੇ ਭਾਈ ਅਸਾਂ ਜਿਹੜਾ ਨਾ ਖੀਰੇ ਨੂੰ ਦਵਾਈ ਲਾਈ ਹੈ, ਦਵਾਈ ਲਾਉਣ ਤੋਂ ਬਾਅਦ ਫਿਰ ਲੇਬਰ ਲਾਈ ਹੈ, ਬੀਨ ਲਵਾਇਆ। ਉਸ ਤੋਂ ਬਾਅਦ ਅੱਲਾ ਨੂੰ ਯਾਦ ਕਰਕੇ ਬੀਨ ਲਾ ਕੇ ਪਾਣੀ ਲਾ ਛੜਿਆ, ਅੱਲਾ ਪਾਕ ਨੇ ਗਾ ਦਿੱਤਾ। ਅੱਛਾ ਸਰ ਸਾਨੂੰ ਇਹ ਦੱਸਿਓ ਕਿ ਜਿਹੜਾ ਬੀਜ ਹੈ ਕੋਈ ਨਸਲ ਹੁੰਦੀ ਹੈ ਇਹਦੀ ਕਿ ਸਾਰੀਆਂ ਇੱਕ ਹੀ ਹੁੰਦੀਆਂ ਨੇ? ਨਹੀਂ, ਇਹਨਾਂ ਦੀਆਂ ਲੈਦਾ ਨਸਲਾਂ ਹੁੰਦੀਆਂ। ਕਿਹੜੀ ਨਸਲ ਸਾਨੂੰ ਦੱਸ ਦਿਓ, ਤੁਸੀਂ ਕਿਹੜਾ ਲਿਆਂਦਾ ਹੈ ਦੱਸ ਦਿਓ। ਅਸਾਂ ਤੇ ਲਿਆਂਦਾ ਨੈਸ਼ਨਲ ਸ਼ੀਰ ਵਾਲਿਆਂ ਦਾ। ਅੱਛਾ। ਹਾਂਜੀ। ਅੱਗੇ ਵੀ ਇਹਦਾ ਤਜਰਬਾ ਸੀ? ਹਾਂਜੀ, ਅੱਗੇ ਵੀ ਇਹਦਾ ਤਜਰਬਾ। ਸਰ ਲੇਬਰ ਜ਼ਰੂਰ ਲਗਾਉਂਦੀ ਹੈ ਤੇ ਇਸ ਅਸੀਂ ਦੇਖਿਆ ਮਾਸ਼ਾਅੱਲਾ ਬੜਾ ਹੀ ਖੂਬਸੂਰਤ ਲਾਈਨਾਂ ਦੇ ਵਿੱਚ ਲਗਾਇਆ ਦਾ ਜੀ। ਇੱਕ ਬੀਜ ਦੇ ਦਰਮਿਆਨ ਤੇ ਦੂਸਰੇ ਬੀਜ ਦੇ ਦਰਮਿਆਨ ਫਾਸਲਾ ਕਿੰਨਾ ਕੁ ਰੱਖਿਆ ਜਾਂਦਾ? 1 ਫੁੱਟ ਦਾ। 1 ਫੁੱਟ ਦਾ? ਜੀ। ਸਰ 1 ਫੁੱਟ ਦਾ ਹੀ ਰੱਖਿਆ ਜਾ ਸਕਦਾ ਜਾਂ ਇਹਦੇ ਕੋਲ ਜ਼ਿਆਦਾ ਰੱਖਿਓ ਜਾਂ ਘੱਟ ਰੱਖਿਆ ਵੀ ਜਾ ਸਕਦਾ? ਨਹੀਂ, ਫੁੱਟ ਤੋਂ ਘਟਾ ਵੀ ਸਕਦੇ ਹੋ, ਵਧਾਉਣਾ ਨਹੀਂ ਚਾਹੀਦਾ। ਸਰ 1 ਫੁੱਟ ਦਾ ਕੀ ਮਕਸਦ ਹੈ? ਉਹਦੇ 'ਚ ਪੌਦੇ ਜ਼ਿਆਦਾ ਲੱਗ ਜਾਂਦੇ ਨੇ ਤੇ ਐਵਰੇਜ ਜ਼ਿਆਦਾ ਆ ਜਾਂਦੀ ਹੈ। ਸਰ ਤਕਰੀਬਨ ਇੱਕ ਪੌਦਾ ਜਿਹੜਾ ਤੁਸੀਂ ਲਗਾਇਆ ਖੀਰੇ ਦਾ ਜਾਂ ਟਿੰਡੇ ਦਾ ਜਾਂ ਦੂਸਰਾ ਕੱਦੂ ਦਾ, ਇਹਨੂੰ ਤਿਆਰ ਫਲ ਤੱਕ ਕਿੰਨੀ ਦੇਰ ਤੱਕ ਇਹ ਫਲ ਦੇ ਖੜੇਗਾ? ਤਕਰੀਬਨ ਹੁਣ ਇਨਸ਼ਾਅੱਲਾ ਅੱਲਾ ਖੈਰ ਕਰੇ ਪਹਿਲੇ ਰੋਜ਼ੇ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਣਾ ਸਾਡਾ ਖੀਰਾ। ਯਾਨੀ ਕਿ 2 ਮਾਹ ਤੋਂ ਬਾਅਦ ਫਲ ਦੇਣਾ ਸ਼ੁਰੂ ਕਰ ਦੇਗਾ? ਜੀ। ਸਰ ਹੁਣ ਤੱਕ ਦਾ ਇਹਦਾ ਪ੍ਰੋਸੈਸ ਸਾਨੂੰ ਦੱਸ ਸਕਦੇ ਹੋ ਕਿ ਪੌਦੇ ਨੂੰ ਇੱਥੋਂ ਤੱਕ ਵੱਡਿਆਂ ਕਰਦਿਆਂ ਤੁਹਾਨੂੰ ਕਿੰਨਾ ਕੁ ਅਰਸਾ ਮਤਲਬ ਕੀ ਪ੍ਰੋਸੈਸ ਤੁਸੀਂ ਕੀਤਾ ਇਹਨਾਂ? ਇਹਦੇ ਨਾਲ ਕੋਈ ਪ੍ਰੋਸੈਸ ਨਹੀਂ ਕੀਤਾ, ਗੋਡੀ ਕੀਤੀ ਇਹਨੂੰ। ਜੀ। ਗੋਡੀ ਕਰਨ ਤੋਂ ਬਾਅਦ ਇਹਨੂੰ ਜਿਹੜਾ ਖਾਦ ਪਾਈ ਹੈ, 1 DAP। ਜੀ। ਤੇ ਹੁਣ ਯੂਰੀਆ ਲਾਉਂਦੇ ਆ, ਕੋਈ ਕੈਨ ਲਾਉਂਦੇ ਆ, ਨਾਲ ਕੋਈ ਸਪਰੇਅ ਵਗੈਰਾ ਕੋਈ ਦਵਾਈ? ਸਪਰੇਵਾਂ ਅਸਾਂ 4 ਕਰ ਛੜੀਆਂ ਨੇ। ਸਰ ਉਹ ਸਪਰੇਆਂ ਦਾ ਮਕਸਦ ਦੱਸ ਦਿਓ ਸਾਨੂੰ। ਇਹ ਜਿਹੜੀ ਬਿਮਾਰੀ ਸ਼ਮਾਰੀ ਅੱਜ ਕੱਲ੍ਹ ਮੌਸਮ ਦੀ ਤਬਦੀਲੀ ਹੈ ਨਾ ਜੀ। ਜੀ। ਦਿਨੇ ਗਰਮ ਹੋ ਜਾਂਦਾ, ਰਾਤ ਨੂੰ ਠੰਡਾ ਹੋ ਜਾਂਦਾ ਜੀ। ਇਹਦੀ ਵਜ੍ਹਾ ਤੋਂ ਬਿਮਾਰੀ ਦਾ ਹਮਲਾ ਹੁੰਦਾ। ਠੀਕ ਹੈ। ਇੱਕ ਪਰਿੰਦਾ ਹੁੰਦਾ ਛੋਟਾ ਜਿਹਾ, ਭੁੰਡੀ ਉਹਨੂੰ ਆਂਦੇ ਨੇ ਜੀ। ਉਹ ਉਹਨੂੰ ਬੜਾ ਪੈਂਦਾ ਇਸ ਫਲ ਨੂੰ, ਕਿਉਂਕਿ ਇਹਦਾ ਬੜਾ ਕੂਲਾ ਪੱਤਰ ਹੁੰਦਾ। ਜੀ ਜੀ। ਤੇ ਇਹਦੀ ਵਜ੍ਹਾ ਤੋਂ ਸਪਰੇਅ ਜਲਦੀ ਤੋਂ ਜਲਦੀ ਤੀਸਰੇ ਦਿਨ ਕਰਨੀ ਪੈਂਦੀ। ਸਰ ਗੋਡੀ ਦੇ ਬਾਰੇ ਸਾਨੂੰ ਦੱਸਿਓ। ਜਦੀਦ ਮਸ਼ੀਨਰੀਆਂ ਆ ਗਈਆਂ ਨੇ, ਜਦੀਦ ਸਪਰੇਆਂ ਆ ਗਈਆਂ ਨੇ ਤੇ ਗੋਡੀ ਕਰਨਾ ਜ਼ਰੂਰੀ ਹੈ? ਗੋਡੀ ਸਾਰਿਆਂ ਤੋਂ ਅੱਛੀ ਚੀਜ਼ ਹੈ। ਗੋਡੀ ਇਸ ਵਾਸਤੇ ਅੱਛੀ ਚੀਜ਼ ਹੈ ਕਿ ਪੌਦੇ ਨੂੰ ਤਾਕਤ ਦਿੰਦੀ ਹੈ ਗੋਡੀ। ਅਗਰ ਨਾ ਕਰੋ ਤੇ ਪੌਦਾ ਕਮਜ਼ੋਰ ਹੁੰਦਾ, ਫਲ 'ਚ ਫਰਕ ਪੈ ਜਾਂਦਾ। ਹਾਂਜੀ। ਜਿਹੜੀ ਸਪਰੇਅ ਕਰਨੀ ਉਹ 10 ਦਿਨ ਪੌਦੇ ਨੂੰ ਰੋਕ ਦਿੰਦੀ ਹੈ, ਕਿਉਂਕਿ ਜਦੋਂ ਉਹਨੇ ਗੰਦ ਖਤਮ ਕਰਨਾ, ਗੰਦ ਦੀ ਜੜ ਖਤਮ ਕਰਨੀ ਹੈ ਤੇ ਫਿਰ ਪੌਦੇ ਨੂੰ ਵੀ ਅਸਰ ਪੈਂਦਾ ਉਹਦਾ। ਸਰ ਜਦੋਂ ਸਪਰੇਅ ਕੀਤੇ ਦੇ ਆ ਰੁਕ ਜਾਂਦਾ ਤੇ ਫਿਰ ਪੌਦੇ ਦੀ ਜਿਹੜੀ ਗਰੋਥ ਹੈ ਉਹਨੂੰ ਵਧਾਉਣ ਵਾਸਤੇ ਕੋਈ ਖਾਦ ਵਗੈਰਾ ਪਾਈ ਜਾਂਦੀ ਹੈ? ਹਾਂਜੀ ਹਾਂਜੀ, ਫਿਰ ਉਹਨੂੰ ਤਾਕਤ ਵੀ ਦੇਣੀ ਪੈਂਦੀ ਹੈ, ਪਰ ਉਸ ਤਰ੍ਹਾਂ ਦਾ ਪੌਦਾ ਨਹੀਂ ਹੁੰਦਾ ਜਿਸ ਤਰ੍ਹਾਂ ਗੋਡੀ ਕਰਕੇ ਟੁੱਟਦਾ ਨਾ, ਉਸ ਤਰ੍ਹਾਂ ਨਹੀਂ ਟੁੱਟਦਾ। ਸਰ ਪਾਣੀ ਦਾ ਪ੍ਰੋਸੈਸ ਦੱਸਿਓ। ਪਾਣੀ ਜਿਹੜਾ ਕਿੰਨੀ ਦੇਰ ਬਾਅਦ ਤੇ ਕਿੰਨੀ ਦਫਾ ਲਗਾਉਣਾ ਚਾਹੀਦਾ? ਅਸੀਂ ਖੀਰੇ ਨੂੰ ਤੀਸਰੇ ਦਿਨ ਪਾਣੀ ਲਾ ਰਹੇ ਹਾਂ ਜੀ ਮਾਸ਼ਾਅੱਲਾ। ਇੱਥੇ ਤੀਸਰੇ ਦਿਨ? ਜੀ। 1 ਦਿਨ ਛੁੱਟੀ ਕਰਨੀ, ਅਗਲੇ ਦਿਨ ਪਾਣੀ ਲਾ ਦੇਣੀ। ਠੀਕ ਹੈ। ਕਿਉਂਕਿ ਇਹ ਫਸਲ ਹੀ ਪਾਣੀ ਦੀ ਹੈ, ਪਾਣੀ ਦੀ ਫਸਲ ਹੈ। ਹਾਂਜੀ। ਸਰ 3 ਕਿਸਮ ਦੀ ਤੁਸੀਂ ਫਾਰਮਿੰਗ ਕਰਦੇ ਪਏ ਹੋ, ਸਭ ਤੋਂ ਬਿਹਤਰੀਨ ਕਿਹਨੂੰ ਕਹੋਗੇ?
बेहतरीन सारियां बेहतरीन ने। खीरा एक ऐसी फसल है जिहदे विच बंदा आके बह के धो के खा सकदा है। जी टिंडा जेहड़ा ਉਹ घर खड़ना है, ਉਹਨੂੰ बनाना है, पकाना है, फिर खाना है। ठीक है। ठीक है। कद्दू ਉਹ ਵੀ ਇਸ ਤਰ੍ਹਾਂ ਹੀ ਹੈ। ਤੁਹਾਡੇ ਨਜ਼ਦੀਕ ਪ੍ਰੋਫਿਟ ਕਿਹਦੇ ਵਿੱਚ ਜ਼ਿਆਦਾ ਹੈ? ਆ ਤੇ ਬਾਜ਼ਾਰ ਦੇ ਹਿਸਾਬ ਨਾਲ ਗੱਲ ਹੁੰਦੀ ਹੈ। ਹੁਣ ਕੱਦੂ ਦਾ ਰੇਟ ਜਾ ਰਿਹਾ 300 ਰੁਪਏ ਧੜੀ ਜੀ, ਖੀਰੇ ਦਾ ਜਾ ਰਿਹਾ 150 200 ਰੁਪਏ ਧੜੀ ਜੀ, ਟਿੰਡਾ ਜਾ ਰਿਹਾ ਹੁਣ 1000 ਰੁਪਏ 1200 ਰੁਪਏ ਧੜੀ। ਠੀਕ ਹੈ। ਪਰ ਹੁਣ ਸਾਡਾ ਤਿਆਰ ਨਹੀਂ ਹੈ। ਠੀਕ ਹੈ। ਠੀਕ ਹੈ। ਜਦੋਂ ਤਿਆਰ ਹੋਏਗਾ ਉਹ ਇਨਸ਼ਾਅੱਲਾ ਉਮੀਦ ਹੈ ਸਾਨੂੰ 800 ਰੁਪਏ ਵੀ ਧੜੀ ਹੋਏ ਤੇ ਕੰਮ ਠੀਕ ਹੈ। ਖੀਰਾ ਵੀ ਠੀਕ ਹੈ। ਖੀਰਾ ਮਾਸ਼ਾਅੱਲਾ ਦਿੰਦਾ 4 ਤੋਂ 500 ਤੋੜਾ 1 ਏਕੜ ਦਿੰਦਾ। ਅੱਛਾ ਸਰ, ਆਪਣੇ ਤਜਰਬੇ ਦੇ ਹਵਾਲੇ ਨਾਲ ਦੱਸ ਦਿਓ ਕਿ ਇੱਕ ਬੀਜ ਜਿਹੜਾ ਉਹਨੂੰ ਜਦੋਂ ਬੋਂਦੇ ਆ ਤੇ ਕਿੰਨੇ ਕੁ ਦਿਨਾਂ ਬਾਅਦ ਉਹ ਜਿਹੜਾ ਇਹਨੂੰ ਪੌਦਾ ਜ਼ਮੀਨ ਚੋਂ ਬਾਹਰ ਆ ਜਾਂਦਾ? ਇਹ ਜਿਹੜਾ ਮੌਸਮ ਹੋਣੇ ਨਾ ਜੀ, ਇਸ ਮੌਸਮ 'ਚ ਤੇ 4 ਜਾਂ 5 ਦਿਨਾਂ ਬਾਅਦ ਬਾਹਰ ਆ ਜਾਂਦਾ। ਯਾਨੀ ਕਿ ਗਰਮੀ ਨਾਲ ਜਲਦੀ ਬਾਹਰ ਆਉਂਦਾ? ਜਲਦੀ ਬਾਹਰ ਆਉਂਦਾ। ਸਰ ਜਦੋਂ ਲਗਾਉਣਾ ਹੈ ਤੇ ਜ਼ਮੀਨ ਖੁਸ਼ਕ ਹੋਣੀ ਚਾਹੀਦੀ ਹੈ ਜਾਂ ਤਾਰ ਹੋਣੀ ਚਾਹੀਦੀ ਹੈ? ਖੁਸ਼ਕ ਹੋਣੀ ਚਾਹੀਦੀ ਹੈ। ਖੁਸ਼ਕ 'ਚ ਬਿਮਾਰੀ ਨਹੀਂ ਪੈਂਦੀ। ਹੇਠਾਂ ਜਿਹੜਾ ਕੀੜਾ ਹੁੰਦਾ ਉਹ ਬੀ ਨੂੰ ਲੱਗ ਜਾਂਦਾ। ਅਗਰ ਖੁਸ਼ਕ ਹੋਏਗਾ ਤਾਂ ਫਿਰ ਬੀ ਨੂੰ ਜਿਹੜਾ ਨਾ ਬਿਮਾਰੀ ਨਹੀਂ ਲੱਗੇਗੀ। ਅੱਛਾ ਸਰ, ਅਸੀਂ ਦੇਖਿਆ ਕਿ ਕੁਝ ਲੋਕਾਂ ਨੇ ਉਹ ਉੱਤੇ ਟਰਨਲ ਵਗੈਰਾ ਛਾਪਰ ਵਗੈਰਾ ਲਗਾਇਆ ਹੁੰਦਾ। ਜੀ ਜੀ। ਉਹ ਬਿਹਤਰ ਹੈ ਜਾਂ ਓਪਨ ਬਿਹਤਰ ਹੈ? ਵੇਖੋ ਜਿਹੜੇ ਬੰਦੇ ਨੇ ਟਰਨਲ ਲਗਾਇਆ ਉਹ ਤੇ ਤਕਰੀਬਨ ਇਨਸ਼ਾਅੱਲਾ ਰੋਜ਼ਿਆਂ ਤੋਂ ਪਹਿਲਾਂ ਸ਼ੁਰੂ ਹੋ ਜਾਏਗਾ ਜਾਂ 10 ਰੋਜ਼ੇ ਹੋ ਗਏ ਤੇ ਫਿਰ ਸ਼ੁਰੂ ਹੋ ਜਾਏਗਾ। ਜੀ ਠੀਕ ਹੈ। ਟਰਨਲ ਦੀ ਤੇ ਖਰਚੇ ਬਹੁਤ ਨੇ, ਉਹ ਹਰ ਬੰਦਾ ਨਹੀਂ ਕਰ ਸਕਦਾ। ਜੀ। ਇਹ ਜਿਹੜਾ ਹਰ ਬੰਦੇ ਦੀ ਕੋਸ਼ਿਸ਼ ਹੋਏ, ਨੀਅਤ ਹੋਏ ਤੇ ਹਰ ਬੰਦਾ ਕਰ ਲੈਂਦਾ। ਇਹਦਾ ਖਰਚਾ ਘੱਟ ਹੈ। ਯਾਨੀ ਕਿ ਇਹ ਆਸਾਨੀ ਵਾਲਾ ਕੰਮ ਹੈ? ਇਹ ਆਸਾਨੀ ਵਾਲਾ ਕੰਮ ਹੈ। ਠੀਕ ਹੈ। ਟਰਨਲ ਵਾਲਾ ਜਿਹੜਾ ਹੈ ਉਹ ਪੈਸੇ ਵਾਲਾ ਬੰਦਾ ਕਰ ਸਕਦਾ ਜਿਹਦੇ ਵਸਾਇਲ ਚੋਖੇ ਨੇ। ਠੀਕ ਹੈ। ਯਾਨੀ ਅਗਰ ਟਰਨਲ ਨਾ ਵੀ ਲਗਾਈ ਜਾਏ ਤੇ ਪੌਦੇ ਅੱਛਾ ਫਲ ਦੇ ਛੱਡਣਗੇ? ਜੀ, ਅੱਛਾ ਦੇ ਦਿੰਦੇ ਨੇ। ਮੌਸਮ ਠੀਕ ਹੋਏ ਤੇ ਅੱਲਾਹ ਪਾਕ ਖੈਰ ਕਰੇ, ਫਸਲ ਬਤੇਰੀ ਹੋ ਜਾਂਦੀ ਹੈ। ਠੀਕ ਹੈ। ਸਰ ਸਾਨੂੰ ਦੱਸ ਸਕਦੇ ਹੋ ਕਿ 3 ਏਕੜ ਦਾ ਬੀਜ ਤੁਸੀਂ ਲਿਆਂਦਾ ਕਿੰਨੇ ਦਾ ਆਇਆ ਸੀ? ਤਕਰੀਬਨ ਬੀਜ ਜਿਹੜੇ ਨੇ ਨਾ ਮੁਖਤਲਿਫ ਰੇਟ ਨੇ ਇਹਨਾਂ ਦੇ। ਜੀ। ਕੁਝ ਅਸੀਂ ਬਾਅਦ 'ਚ ਵੀ ਲਿਆਂਦਾ ਸੀ। ਠੀਕ ਹੈ। ਤੇ ਇਹ ਹੁਣ ਪਰਚੀ ਪਈ ਹੈ ਸਾਡੇ ਕੋਲ ਉੱਥੇ ਗੋਦਾਮ 'ਚ, ਉੱਥੇ ਜਾ ਕੇ ਪਤਾ ਲੱਗਾ। ਅੱਛਾ ਸਰ, ਸਾਨੂੰ ਸਿਰਫ ਇਹ ਦੱਸ ਦਿਓ ਕਿ 1 ਏਕੜ ਦੇ ਵਿੱਚ ਬੀਜ ਕਿੰਨਾ ਬੋਇਆ ਜਾਂਦਾ? 1 ਏਕੜ ਦੇ ਵਿੱਚ ਬੀਜ ਬੋਇਆ ਜਾਂਦਾ 300 ਗ੍ਰਾਮ। 300 ਗ੍ਰਾਮ ਜੀ, ਸਾਰੀਆਂ ਫਸਲਾਂ ਦਾ? ਸਾਰੀਆਂ। ਠੀਕ ਹੋ ਗਿਆ। ਅੱਛਾ ਸਰ, ਸਾਨੂੰ ਇਹ ਦੱਸਿਓ ਕਿ ਤਕਰੀਬਨ ਜਦੋਂ ਅਸੀਂ ਦੇਖਨੇ ਪਿਆ ਤੁਹਾਡੀ ਫਸਲ ਦੇ ਜਿਹੜੇ ਫੁੱਲ ਨੇ ਉਹ ਨਿਕਲਣਾ ਸ਼ੁਰੂ ਹੋ ਗਏ ਨੇ। ਜੀ ਜੀ। ਹੁਣ ਇਹਨਾਂ ਨੂੰ ਕੋਈ ਸਪਰੇਅ ਵਗੈਰਾ ਕਰਨੀ ਹੈ ਕਿ ਜਾਂ ਇਸ ਤਰ੍ਹਾਂ ਹੀ ਇਹ ਫਲ ਬਣ ਜਾਏਗਾ? ਨਹੀਂ, ਇਹਨਾਂ ਨੂੰ ਸਵੇਰ ਸਪਰੇਅ ਵੀ ਕਰਨੀ ਹੈ, ਸਵੇਰ ਇਹਨਾਂ ਨੂੰ ਪਾਣੀ ਵੀ ਲਾਣਾ ਇਨਸ਼ਾਅੱਲਾ, ਖਾਦ ਪਾ ਕੇ। ਸਰ 1 ਏਕੜ ਦੇ ਵਿੱਚ ਕਿੰਨੀ ਸਪਰੇਅ ਤੇ ਕਿਹੜੀ ਸਪਰੇਅ ਕਰਦੇ ਹੋ? ਸਪਰੇਅ ਜਿਹੜੀ ਹੈ ਨਾ ਜੀ, ਇਹਨਾਂ ਨੂੰ ਕਰ ਰਹੇ ਆ ਇਸ ਟਾਈਮ। ਇੱਕ ਤੇ ਪਾਊਡਰ ਹੈ ਜੀ। ਉਹ ਕਰ ਰਹੇ ਆ, ਇੱਕ ਬੋਤਲ ਹੈ ਜੀ ਜੀ। ਉਹ ਕਰ ਰਹੇ ਆ। ਤਾਕਤ ਵਾਸਤੇ ਵੀ ਹੈ ਤੇ ਆਉਣ ਵਾਲੀ ਬਿਮਾਰੀ ਵਾਸਤੇ ਵੀ। ਇਸ ਤੋਂ ਇਲਾਵਾ ਹੁਣ ਗੋਡੀ ਤੇ ਨਹੀਂ ਕਰਨੀ ਇਹਨਾਂ ਨੂੰ? ਨਹੀਂ, ਹੁਣ ਗੋਡੀ ਨਹੀਂ ਇਹਨਾਂ ਦੀ ਕਰਨੀ। ਇਹਨਾਂ ਦੀ ਗੋਡੀ ਹੋ ਗਈ ਹੈ, ਬਣਾਈ ਹੋ ਗਈ ਹੈ। ਹੁਣ ਮਾਸ਼ਾਅੱਲਾ ਫਲ ਚੁੱਕ ਗਏ ਨੇ। ਸਰ ਪੌਦੇ ਦੀ ਲੰਬਾਈ ਇਹਦੀ ਕਿੰਨੀ ਕੁ ਹੋ ਜਾਂਦੀ ਹੈ ਤਕਰੀਬਨ? ਇਹ ਪੌਦੇ ਦੀ ਲੰਬਾਈ ਮਾਸ਼ਾਅੱਲਾ ਹੋ ਜਾਂਦੀ ਹੈ 4 ਤੋਂ 5 ਫੁੱਟ। 4 ਤੋਂ 5 ਫੁੱਟ। ਇੱਕ ਪੌਦਾ ਜਿਹੜਾ ਕਿੰਨਾ ਕੁ ਫਲ ਦੇ ਛੱਡਦਾ ਜੀ? ਇੱਕ ਪੌਦਾ ਮਾਸ਼ਾਅੱਲਾ 15 ਤੋਂ 20 ਕਿਲੋ ਜਿਹੜਾ ਖੀਰਾ ਦੇ ਦਿੰਦਾ। ਮਾਸ਼ਾਅੱਲਾ 15 ਤੋਂ 20 ਕਿਲੋ? ਜੀ। ਅੱਛਾ ਸਰ, ਸਾਨੂੰ ਇਹ ਦੱਸ ਸਕਦੇ ਹੋ ਕਿ ਤਕਰੀਬਨ ਤੁਸੀਂ ਦੂਸਰੇ ਦਿਨ ਜਾਂ ਤੀਸਰੇ ਦਿਨ ਕਹਿ ਰਹੇ ਹੋ ਕਿ ਪਾਣੀ ਲਗਾਉਂਦੇ ਆ ਨੂੰ, ਸਪਰੇਅ ਵੀ ਕੀਤੀ ਹੈ ਤੁਸੀਂ 2-3-4 ਦਫਾ? ਜੀ ਜੀ। ਤੇ ਹਜੇ ਤੱਕ ਦਾ ਤੁਹਾਡਾ ਖਰਚਾ ਇਸ ਫਸਲ ਤੇ ਕਿੰਨਾ ਕੁ ਆ ਗਿਆ? ਇਹਦੇ ਤੇ ਖਰਚਾ ਤਕਰੀਬਨ ਆ ਹੀ ਗਿਆ ਹੋਣਾ ਫੀ ਏਕੜ ਤੇ 30 ਤੋਂ 40 ਹਜ਼ਾਰ ਰੁਪਏ। 30 ਤੋਂ 40 ਹਜ਼ਾਰ ਰੁਪਇਆ? ਜੀ। ਸਰ ਕੰਪਲੀਟ ਹੋਣ ਤੱਕ ਕਿੰਨਾ ਖਰਚਾ ਆ ਜਾਏਗਾ? ਤਕਰੀਬਨ 50 ਹਜ਼ਾਰ ਰੁਪਏ ਆ ਜਾਣਾ। 50 ਹਜ਼ਾਰ ਰੁਪਇਆ? ਸਰ ਇਹਦਾ ਐਸਟੀਮੇਟ, ਕਿਉਂਕਿ 20 ਸਾਲ ਦਾ ਮਾਸ਼ਾਅੱਲਾ ਤੁਹਾਡਾ ਤਜਰਬਾ ਹੈ, ਐਸਟੀਮੇਟ ਦੱਸ ਸਕਦੇ ਹੋ ਕਿ 50 ਹਜ਼ਾਰ ਖਰਚ ਕੇ ਤੇ ਕਿੰਨਾ ਕੁ ਬਚਤ ਆ ਜਾਂਦੀ ਹੈ ਉਦੋਂ? ਬਚਤ ਅੱਲਾਹ ਪਾਕ ਰੋਟੀ ਦੇ ਦਿੰਦਾ, ਸੁਥਰੀ ਦੇ ਦਿੰਦਾ ਜੀ। ਠੀਕ ਹੈ ਜੀ। ਯਾਨੀ ਕਿ ਬਿਹਤਰੀਨ ਆ ਜਾਂਦੀ ਹੈ? ਹਾਂਜੀ ਹਾਂਜੀ, ਬਿਹਤਰੀਨ ਹੁੰਦੀ ਹੈ ਮਾਸ਼ਾਅੱਲਾ। ਯਾਨੀ ਇੱਕ ਬੰਦਾ 3 ਏਕੜ ਸਬਜ਼ੀ ਲਾ ਕੇ ਆਪਣੇ ਘਰ ਦਾ ਕੋਈ 10-12 ਬੱਚੇ ਇਸ ਤੋਂ ਇਲਾਵਾ ਕੋਈ ਹੋਰ ਜਿਹੜੇ ਕੋਈ ਅਖਰਾਜਾਤ ਨੇ ਉਹ ਪੂਰੇ ਕਰ ਸਕਦਾ ਆਸਾਨੀ ਨਾਲ? ਬਿਲਕੁਲ ਜੀ, ਅੱਲਾਹ ਪਾਕ ਆਸਾਨੀ ਨਾਲ ਕਰ ਲੈਂਦਾ ਤੇ ਅਗਲੀ ਫਸਲ ਵਾਸਤੇ ਵੀ ਅੱਲਾਹ ਪੈਸੇ ਦੇ ਦਿੰਦਾ। ਅਗਲੀ ਫਸਲ ਵਾਸਤੇ? ਸਰ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਉਹਨਾਂ ਵਾਸਤੇ ਕੀ ਤੁਹਾਡਾ ਪੈਗਾਮ ਹੈ? ਕੀ ਕਹਿਣਾ ਚਾਹੋਗੇ? ਜ਼ਿਮੀਂਦਾਰ ਕਹਿ ਲਓ ਕਿ ਇਸ ਫਾਰਮਿੰਗ ਵੱਲ ਨੂੰ ਲੋਕ ਹਟ ਗਏ ਨੇ, ਉਹਨਾਂ ਵਾਸਤੇ ਕੀ ਪੈਗਾਮ ਦੇਣਾ ਚਾਹੋਗੇ? ਉਹਨਾਂ ਨੂੰ ਚਾਹੀਦਾ ਕਿ ਦੁਬਾਰਾ ਆਪਣਾ ਕੰਮ ਸ਼ੁਰੂ ਕਰ ਲੈਣ ਜੀ। ਇਹਦੇ 'ਚ ਹੀ ਫਾਇਦਾ ਹੈ।
ਇਹਦੇ 'ਚ ਫਾਇਦਾ। ਹਾਂਜੀ, ਕੋਈ ਵੀ ਚੀਜ਼ ਹੈ ਨਾ, ਕੋਈ ਵੀ ਕਾਰੋਬਾਰ ਇਨਸਾਨ ਕਰਦਾ ਉਹਦੇ 'ਚ ਨੁਕਸਾਨ ਵੀ ਹੋ ਜਾਂਦਾ। ਜੇ ਨੁਕਸਾਨ ਵੇਖ ਕੇ ਪਿਛਾੜ ਜਾਓਗੇ ਤੇ ਫਿਰ ਉਹ ਜਿਹੜੀ ਜਾਇਦਾਦ ਇਕੱਠੀ ਹੋਈ ਉਹ ਸਾਰੀ ਦੇ ਕੇ ਫਿਰ ਵੀ ਜਾਨ ਨਹੀਂ ਛੋੜਦੀ ਜੀ। ਇਹ ਜ਼ਿਮੀਦਾਰ ਇੱਕ ਐਸੀ ਚੀਜ਼ ਹੈ, ਅਗਰ ਅੱਲਾ ਨੇ ਨੁਕਸਾਨ ਇਹਦੇ 'ਚੋਂ ਕੀਤਾ ਤੇ ਫਾਇਦਾ ਵੀ ਅੱਲਾ ਇਹਦੇ 'ਚ ਹੀ ਕਰੇਗਾ। ਬਿਲਕੁਲ ਠੀਕ ਹੈ। ਅੱਛਾ ਸਰ, ਸੇਲ ਦੇ ਹਵਾਲੇ ਨਾਲ ਵੀ ਤੁਹਾਨੂੰ ਥੋੜਾ ਜਿਹਾ ਗਾਈਡ ਕਰ ਦਿਓ ਕਿ ਇਹਨੂੰ ਸੇਲ ਕਰਦੇ ਹੋ ਮੰਡੀ ਵਿੱਚ ਜਦ ਲੈ ਕੇ ਜਾਂਦੇ ਹੋ ਜਾਂ ਕੋਈ ਪਿੰਡਾਂ ਵਿੱਚ ਜਿਹੜਾ ਇਹਨਾਂ ਨੂੰ ਕੋਈ ਬੰਦਿਆਂ ਵਗੈਰਾ ਨੂੰ ਦੇ ਦਿੰਦੇ ਹੋ ਜਿਹੜੇ ਰੇਹੜੀ ਵਗੈਰਾ ਵਾਲੇ ਹੁੰਦੇ ਨੇ? ਨਹੀਂ ਭਾਈ, ਅਸੀਂ ਇਹਨਾਂ ਨੂੰ ਮੰਡੀ 'ਚ ਖੜਨੇ ਆ, ਪਿੰਡਾਂ 'ਚ ਨਹੀਂ ਅਸੀਂ ਦਿੰਦੇ। ਆਸਾਨੀ ਨਾਲ ਸੇਲ ਹੋ ਜਾਂਦੀ, ਆਸਾਨੀ ਨਾਲ ਸੇਲ ਹੋ ਜਾਂਦੀ ਹੈ। ਔਰ ਪਿੰਡਾਂ 'ਚ ਹੁਣ ਤੁਸੀਂ ਆਏ ਹੋ, ਮਹਿਮਾਨ ਹੋ ਸਾਡੇ, ਤੁਸੀਂ ਆਇਆ ਆਂਦੇ 5 ਕਿਲੋ ਖੀਰੇ ਦੇ ਦਿਓ, ਲੈ ਜਾਓ, ਕੋਈ ਗੱਲ ਨਹੀਂ। ਜਿੱਥੇ ਅੱਲਾ ਪਾਕ ਇੰਨਾ ਦੇ ਰਿਹਾ, 5 ਕਿਲੋ ਨਾਲ ਕੀ ਫਰਕ ਪੈਂਦਾ। ਠੀਕ ਹੋ ਗਿਆ। ਠੀਕ ਹੈ ਸਰ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਅੱਲਾ ਹਾਫਿਜ਼।